ਪ੍ਰੈਸ਼ਰ ਤੁਸੀਂ ਤਿਆਰ ਕਰਨ ਦੀ ਸੋਚੀ ਹੈ ਪਰ ਸਰਕਾਰਾਂ ਕੋਲ ਪ੍ਰੈਸ਼ਰ ਕ੍ਰੀਏਟ ਕਰਨ ਦੇ ਹੋਰ ਬਹੁਤ ਤਰੀਕੇ ਹੁੰਦੇ ਨੇ ਚਾਹੇ ਉਹ ਐਨਆਈ ਦੇ ਨੋਟਿਸਿਸ ਹੋਣ ਚਾਹੇ ਉਹ ਪਰਚੇ ਦਰਜ ਕਰਨੇ ਹੋਣ ਚਾਹੇ ਉਹ ਲਾਠੀਆਂ ਡਾਂਗਾ ਮਾਰਨੀਆਂ ਹੋਣ ਪਾਣੀ ਦੇ ਵਿੱਚ ਤਾਂ ਇਸ ਐਜੀਟੇਸ਼ਨ ਨੇ ਬਹੁਤ ਕੁਝ ਦਿਖਾਇਆ ਇਦਾਂ ਤਾਂ ਨਹੀਂ ਹੋਏਗਾ ਵੀ ਇਸ ਪ੍ਰੈਸ਼ਰ ਗਰੁੱਪ ਦੇ ਉੱਤੇ ਉਹ ਸਰਕਾਰ ਦਾ ਪ੍ਰੈਸ਼ਰ ਉਠਾ ਦੇ ਰੇਤਾ ਜਿਹੜਾ ਉਹ ਮੁਫਤ ਦਿੱਤਾ ਜਾ ਰਿਹਾ ਕੋਈ ਮੰਗ ਪਰ ਸਰਕਾਰ ਅਕਸਰ ਇਹ ਕਹਿੰਦੀ ਹੋਈ ਨਜ਼ਰ ਆਉਂਦੀ ਹੈ ਮਨਪ੍ਰੀਤ ਬਾਦਲ ਖਜ਼ਾਨਾ ਦਾ ਜੇ ਖਾਲੀ ਹੈ ਉਹ ਖਜ਼ਾਨਾ ਜਦੋਂ ਖਾਲੀ ਹੈ ਤਾਂ ਫਿਰ ਉਹ ਕਹਿਣਗੇ ਵੀ ਇਹ ਕਹਿ ਰਹੇ ਨੇ ਇਹ ਹੋ ਨਹੀਂ ਸਕਦਾ ਜਿਵੇਂ ਚੱਲੀ ਸਾਹਿਬ ਕਹਿੰਦੇ ਸੀ 100 ਰੁਪਏ ਕੇਬਲ ਦੇ ਦੇਣਾ ਕੇਬਲ ਵਾਲਿਆਂ ਨੇ ਸਾਡਾ ਰੈਵਨਿਊ ਪਤਾ ਹੋਊਗਾ ਸਾਨੂੰ ਪਤਾ ਕਿੱਥੇ ਕਿੱਥੇ ਰੈਵਨਿਊ ਚੱਲਦਾ 300 ਕਰੋੜ ਰੁਪਏ ਦੀ ਗੱਲ ਹੁੰਦੀ ਹੈ ਰੇਤੇ ਵਾਲੀ ਗੱਲ ਨਹੀਂ ਸਾਡੇ ਖਜ਼ਾਨੇ ਤੇ ਰੈਵਨਿਊ ਆ ਰਿਹਾ ਹੈਗਾ ਜਦ ਤੁਸੀਂ ਇਨੋਵਾ ਗੱਡੀਆਂ ਦਿੱਤੀਆਂ ਹੈਗੀਆਂ ਪੋਲੀਟੀਸ਼ੀਅਨ ਨੂੰ ਐਮਐਲਏਜ਼ ਨੂੰ ਉਹ ਤਾਂ ਸਾਰੇ ਦੇਸ਼ ਵਿੱਚ ਤੁਸੀਂ ਕਰ ਲਓ ਉਹਦਾ ਤਾਂ ਬਰਡਨ ਕਦੀ ਗਿਣਿਆ ਨਹੀਂ ਹੈਗਾ ਜੇ ਤੁਸੀਂ ਸਾਡੇ ਤੋਂ ਐਕਸਪੈਕਟ ਕਰੋਗੇ ਅਸੀਂ ਆਰਟੀਆਈ ਵੀ ਫਾਈਲ ਕਰੀਏ ਅਸੀਂ ਉਹਦਾ ਕੀ ਕਹਿੰਦੇ ਐਨਾਲਿਸਿਸ ਵੀ ਕਰਕੇ ਆਈਏ ਕੀ ਗਲਤ ਹੈ ਕੀ ਠੀਕ ਹੈ ਤਾਂ ਮਤਲਬ ਇਟ ਇਜ਼ ਟੂ ਮਚ ਹੈ ਨਾ ਕਿਸਾਨਾਂ ਨੂੰ ਦੇਣ ਵਾਸਤੇ ਪੈਸੇ ਨਹੀਂ ਹੁੰਦੇ ਤੁਸੀਂ ਕਾਰਪੋਰੇਟ ਨੂੰ 11.8 ਲੱਖ 11 ਲੱਖ 80 ਹਜ਼ਾਰ ਕਰੋੜ ਕਿਸੇ ਨੂੰ ਪੈਸਾ ਕਮਾਏਗਾ ਉਹਨਾਂ ਦੀ ਇਕਨੋਮੀ ਹਲੇ ਬੈਠ ਜਾਏਗੀ ਕਿਸੇ ਨੂੰ ਕਿਉਂਕਿ ਕਿਸਾਨਾਂ ਨੂੰ ਦੇਣਾ ਪਏਗਾ ਅਗਰ ਇੱਕ ਲੱਖ ਕਰੋੜ ਜਿਸ ਕੰਪਨੀ ਦਾ ਸ਼ੇਅਰ ਹੀ ਬੜਾ ਵਿਜ਼ਨ ਪੰਜਾਬ ਟੀਵੀ ਤੇ ਇੱਕ ਵਾਰ ਫਿਰ ਤੁਸੀਂ ਜੁੜੇ ਹੋ ਇੱਕ ਪ੍ਰੈਸ਼ਰ ਗਰੁੱਪ ਹੁਣ ਤਿਆਰ ਹੋ ਰਿਹਾ ਹੈ ਪੰਜਾਬ ਦੀ ਗੰਦਲੀ ਰਾਜਨੀਤੀ ਨੂੰ ਸਾਫ਼ ਕਰਨ ਦੇ ਲਈ ਗੰਦਲੀ ਰਾਜਨੀਤੀ ਜਿਹੜੀ ਆ ਉਹਨੂੰ ਇੱਕ ਸੇਧ ਦੇਣ ਦੇ ਲਈ ਮੁੱਦੇ ਕਿਹੜੇ ਨੇ ਉਹ ਦੱਸਣ ਦੇ ਲਈ ਕਿਉਂਕਿ ਅੱਜ ਕੱਲ੍ਹ ਰਾਜਨੀਤੀ ਜਿਸ ਤਰੀਕੇ ਦੀ ਚੱਲ ਰਹੀ ਹੈ ਮੁੱਦਿਆਂ ਦੀ ਘੱਟ ਆਪਸ ਦੀ ਲੜਾਈਆਂ ਦੀ ਸਿਰੇ ਲੈਣ ਦੀ ਆਪਣੀ ਸਰਪੰਚੀ ਕਰਨ ਦੇ ਲਈ ਉਹ ਜ਼ਿਆਦਾ ਚੱਲ ਰਹੀ ਹੈ ਪਰ ਇੱਕ ਪ੍ਰੈਸ਼ਰ ਗਰੁੱਪ ਹੁਣ ਤਿਆਰ ਕੀਤਾ ਗਿਆ ਅੱਗੇ ਪਾਰਟੀਆਂ ਤਿਆਰ ਹੋ ਜਾਂਦੀਆਂ ਸੀ ਵੀ ਅਸੀਂ ਕੰਮ ਕਰਾਂਗੇ ਪਰ ਇੱਕ ਪ੍ਰੈਸ਼ਰ ਗਰੁੱਪ ਕਿਵੇਂ ਤਿਆਰ ਹੋਇਆ ਇਹ ਪ੍ਰੈਸ਼ਰ ਗਰੁੱਪ ਕੀ ਕਰੇਗਾ ਕਿਵੇਂ ਕੰਮ ਕਰੇਗਾ ਕਦੋਂ ਤੱਕ ਮੈਦਾਨ ਦੇ ਵਿੱਚ ਆ ਜਾਏਗਾ ਉਹਦੇ ਬਾਰੇ ਗੱਲਬਾत करेंगे देवेंद्र शर्मा जी इस वेले साथ नाल मौजूद ने देवेंद्र जी हम जानना चाहेंगे आपसे कि जिस तरीके से आपने बात की कि प्रेशर ग्रुप तैयार किया जाएगा लेकिन अभी इलेक्शंस आने वाले हैं बहुत कम समय बचा है तो ये कब तक ज़मीनी पद्धर के ऊपर काम करना आप स्टार्ट कर देंगे कैसे स्टार्ट करेंगे क्या इसकी रूपरेखा रहेगी देखो तुसीं पहले अपने आप ही कहा कि पंजाब की जिहड़ी गंदी राजनीति है उन्होंने साफ करना हैगा ਉਹ ਸਾਫ਼ ਕਰਨ ਵਾਸਤੇ ਟਾਈਮ ਤਾਂ ਲੱਗੇਗਾ ਹੀ ਹੈ ਨਾ ਜੇ ਇੰਨੇ ਸਾਲਾਂ ਦੀ ਜਿਹੜੀ ਗੰਦਗੀ ਹੈਗੀ ਆ ਜਾਂ ਇੰਨੇ ਸਾਲਾਂ ਦਾ ਕਨਫਿਊਜ਼ਨ ਵੀ ਹੈ ਜਾਂ ਜਿਹੜਾ ਉਹਨਾਂ ਦੀ ਇੱਕ ਅਪਰੋਚ ਹੈ ਕਿ ਬਈ ਉਹ ਆਪਣੇ ਮੁੱਦਿਆਂ 'ਚ ਸਾਨੂੰ ਉਲਝਾਏ ਰੱਖਦੇ ਹੈਗੇ ਉਹ 'ਚੋਂ ਕੱਢ ਕੇ ਅਸਲੀ ਮੁੱਦਿਆਂ 'ਤੇ ਲੈ ਕੇ ਆਉਣਾ ਇਹ ਬਹੁਤ ਬੜੀ ਰਿਸਪੌਂਸਿਬਿਲਿਟੀ ਹੈ ਔਰ ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜਾ ਆਪਣਾ ਸਾਡਾ ਗਰੁੱਪ ਜਿਹੜਾ ਪ੍ਰੈਸ਼ਰ ਗਰੁੱਪ ਅੱਜ ਬਣਿਆ ਹੈਗਾ ਉਹ ਠੀਕ ਹੈ ਆਫਟਰ ਆਲ ਟਾਈਮ ਲੱਗਦਾ ਹੈਗਾ ਕਈ ਮਹੀਨਿਆਂ ਦੀ ਪ੍ਰੋਸੈਸ ਦੇ ਬਾਅਦ ਨਿਕਲ ਕੇ ਚਰਨਿੰਗ ਹੋ ਕੇ ਉਹਦੇ ਵਿੱਚੋਂ ਜਿਹੜਾ ਮੰਥਨ ਹੋ ਕੇ ਜਿਹੜੀ ਗੱਲਬਾਤ ਨਿਕਲੀ ਹੈ ਉਹ ਅੱਜ ਅਸੀਂ ਪੇਸ਼ ਕੀਤੀ ਹੈ ਉਹ ਅੱਜ ਦੀ ਤਾਂ ਲਾਂਚਿੰਗ ਹੈਗੀ ਹੈ ਨਾ ਤਾਂ ਅੱਗੇ ਤੁਸੀਂ ਦੇਖੋ ਹੁਣ ਅੱਗੇ ਤਾਂ ਅਸੀਂ ਕਿਸ ਤਰ੍ਹਾਂ ਐਕਟੀਵਿਟੀਜ਼ ਆਪਣੀ ਕਰਦੇ ਹੈਗਾ ਸਾਡਾ ਮਤਲਬ ਇਹ ਕਹਿੰਦਾ ਹੈ ਜਾਂ ਸੋਚਣਾ ਇਹ ਹੈਗਾ ਕਿ ਆਉਣ ਵਾਲੇ 2 ਮਹੀਨਿਆਂ ਵਿੱਚ ਅਸੀਂ ਸਾਰੇ ਪ੍ਰਦੇਸ਼ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਹਰ ਕੋਨੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਬਾਈ ਵੇ ਆਫ ਰੈਲੀਜ਼ ਬਾਈ ਵੇ ਆਫ ਮੀਟਿੰਗਸ ਬਾਈ ਵੇ ਆਫ ਸਿੰਪੋਜ਼ੀਅਮ ਜੋ ਵੀ ਕਰਨਾ ਪਏ ਸਾਨੂੰ ਉਹ ਕਰਾਂਗੇ ਔਰ ਇੱਕ ਲੋਕਾਂ ਨਾਲ ਇੱਕ ਰਿਕੁਐਸਟ ਵੀ ਹੈ ਕਿ ਵੀ ਤੁਸੀਂ ਜੁੜੋ ਲੋਕ ਕਿਉਂਕਿ ਆਫਟਰ ਆਲ ਤੁਹਾਡੀ ਆਵਾਜ਼ ਹੈ ਮੇਰੀ ਇਕੱਲੇ ਦੀ ਆਵਾਜ਼ ਨਹੀਂ ਹੈ ਨਾ ਜਿਹੜੇ ਸੈਲੀਬ੍ਰਿਟੀ ਹੈਗੇ ਉਹਨਾਂ ਦੀ ਆਵਾਜ਼ ਹੈਗੀ ਹੈ ਇਹ ਸਭ ਦੀ ਕਲੈਕਟਿਵ ਵੌਇਸ ਹੈਗੀ ਹੈ ਔਰ ਕਲੈਕਟਿਵ ਵੌਇਸ ਤਾਂ ਹੀ ਬਿਲਡਅਪ ਹੋ ਸਕਦੀ ਹੈ ਜਦ ਲੋਕੀ ਉਹਦੇ ਨਾਲ ਅੱਗੇ ਆਉਣ ਹੈ ਨਾ ਉਹ ਆਪਣੇ ਆਪ ਦਿਖਾਣ ਕਿ ਵੀ ਅਸੀਂ ਤੁਹਾਡੇ ਨਾਲ ਹੈਗੇ ਹਾਂ ਜਾਂ ਅਸੀਂ ਸਾਡੀ ਆਵਾਜ਼ ਹੈਗੀ ਹੈ ਜਦ ਤੱਕ ਸਾਡੀ ਆਵਾਜ਼ ਨਹੀਂ ਸੋਚਣਗੇ ਤਦ ਤੱਕ ਅੱਗੇ ਗੱਲ ਨਹੀਂ ਹੋਏਗੀ ਪਰ ਮੈਨੂੰ ਲੱਗਦਾ ਕਿ ਪ੍ਰਯਾਸ ਤਾਂ ਕਦੀ ਵੀ ਤੁਸੀਂ ਇਹ ਸੋਚਣਾ ਚਾਹੀਦਾ ਕਿ ਹੋ ਪਾਏਗਾ ਕਿ ਨਹੀਂ ਹੋ ਪਾਏਗਾ ਆਈ ਥਿੰਕ ਸ਼ੁਰੂਆਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਪਹਿਲਾ ਬੇਬੀ ਸਟੈਪ ਜਿਹੜਾ ਹੁੰਦਾ ਤੁਹਾਨੂੰ ਤੁਸੀਂ ਮੰਨਦੇ ਹੋ ਕਿ ਉਹ ਬੜਾ ਇੰਪੋਰਟੈਂਟ ਹੁੰਦਾ ਤਾਂ ਹੀ ਸੈਕਿੰਡ ਸਟੈਪ ਲਏਗਾ ਤਾਂ ਹੀ ਖੜਾ ਹੋਏਗਾ ਉਹ ਹੈ ਨਾ ਤਾਂ ਅੱਜ ਅਸੀਂ ਇੱਕ ਸਟੈਪ ਲਿਆ ਹੈਗਾ ਲੈਟ ਅਸ ਹੋਪ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਵਿਲ ਬ੍ਰਿੰਗ ਅਬਾਊਟ ਅ ਨਿਊ ਚੇਂਜ ਇਨ ਪੰਜਾਬਸ ਪੋਲਿਟਿਕਸ ਇੱਕ ਤੁਸੀਂ ਗੱਲ ਕੀਤੀ ਹੈ ਵੀ ਐਫੀਡੇਵਿਟ ਜਿਹੜਾ ਹੈ ਐਮਪੀ ਐਮਐਲਏਜ਼ ਲੈ ਕੇ ਆਉਣਗੇ ਕਿ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਜਿਹੜੀਆਂ ਚੀਜ਼ਾਂ ਕੀਤੀਆਂ ਉਹ ਯਕੀਨੀ ਬਣਾਉਣ ਕਿ ਕਿੰਨੇ ਸਮੇਂ ਦੇ ਵਿੱਚ ਉਹ ਕਰਨਗੇ ਜੇ ਉਸ ਸਮੇਂ 'ਚ ਨਹੀਂ ਹੁੰਦਾ ਮੰਨ ਲਓ 3 ਮਹੀਨੇ ਦਾ ਦਿੱਤਾ ਤਾਂ ਚੌਥੇ ਮਹੀਨੇ ਦੀ ਪਹਿਲੀ ਤਰੀਕ ਨੂੰ ਦੱਸਣ ਵੀ ਉਹ ਕੰਮ ਕਿਉਂ ਨਹੀਂ ਹੋਇਆ ਜਾਂ ਉਹਦਾ ਕਾਰਨ ਕੀ ਆ ਹੋਰ ਅੱਗੇ ਸਮਾਂ ਕਿੰਨਾ ਲੱਗੇਗਾ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਪਰ ਉਹ ਸਭ ਤੋਂ ਵੱਡੀ ਗੱਲ ਇਹੀ ਹੈ ਵੀ ਭੱਜਦੇ ਇਸੇ ਚੀਜ਼ ਤੋਂ ਨੇ ਵੀ ਐਫੀਡੇਵਿਟ ਨਾ ਦੇਣਾ ਪਵੇ ਲਿਖ ਕੇ ਨਾ ਦੇਣਾ ਪਵੇ ਕਿਉਂਕਿ ਝੂਠੇ ਵਾਅਦੇ ਜਿੰਨੇ ਮਰਜ਼ੀ ਕਰਾ ਲਓ ਉਹ ਹਰ ਕੋਈ ਕਰ ਲੈਂਦਾ ਚਾਹੇ ਉਹ ਕੋਈ ਵੀ ਹੋਵੇ ਲਿਖਤੀ ਰੂਪ 'ਚ
ਕੋਈ ਦੇਣਾ ਨਹੀਂ ਚਾਹੁੰਦਾ। ਹਲੇ ਉਹ ਕਿਸਾਨ ਐਜੀਟੇਸ਼ਨ ਜਿਹੜਾ ਉਸਦਾ ਇੱਕ ਉਦਾਹਰਨ ਵੀ ਰਿਹਾ ਵੀ ਲਿਖਤੀ ਰੂਪ 'ਚ ਦੇਣਾ ਨਹੀਂ ਚਾਹੁੰਦੇ ਸੀ, ਇਸ ਲਈ 1 ਸਾਲ ਲੰਬਾ ਗਿਆ। ਤਾਂ ਲੱਗਦਾ ਹੈ ਤੁਹਾਨੂੰ ਕਿ ਐਫੀਡੇਵਿਟ ਜਿਹੜਾ ਕੋਈ ਬਣਾ ਕੇ ਦੇਗਾ? ਦੂਸਰੀ ਗੱਲ, ਜੇ ਨਹੀਂ ਦੇਣਗੇ ਤਾਂ ਕੀ ਉਹਦਾ ਫਿਰ ਤੁਸੀਂ ਘਿਰਾਵ ਵੀ ਕਰੋਗੇ? ਇਹ ਯਕੀਨੀ ਕਿਵੇਂ ਬਣਾਓਗੇ ਕਿ ਐਫੀਡੇਵਿਟ ਫਿਰ ਉਹ ਦੇਣ ਲਿਖ ਕੇ? ਇਹ ਵੀ ਸੋਚਿਆ ਗਿਆ, ਇਸ ਗੱਲ ਤੇ ਬਹੁਤ ਚਿੰਤਨ ਹੋਇਆ ਹੈਗਾ ਔਰ ਇਹ ਅਲਟੀਮੇਟਲੀ ਇਹ ਨਿਕਲਿਆ ਹੈ ਕਿ ਐਫੀਡੇਵਿਟ ਬਣਾ ਕੇ ਉਹਨਾਂ ਤੋਂ ਇੱਕ ਵਾਰ ਦਸਤਖਤ ਕਰਾ ਕੇ ਔਰ ਇਹ ਵੀ ਹੋਏਗਾ ਕਿ ਵੀ ਕਿਸ ਸਟੇਜ ਤੇ ਮਤਲਬ ਇੰਨੇ ਦਿਨਾਂ 'ਚ ਟੈਸਟ ਲਵਾਂਗੇ, ਦੇਖਾਂਗੇ ਇੱਕ ਤਰ੍ਹਾਂ ਦਾ ਵਾਚ ਗਰੁੱਪ ਜਿਹੜਾ ਹੈਗਾ ਉਹ ਇਹ ਜਿਹੜਾ ਆਪਣਾ ਜੂਝਦਾ ਪੰਜਾਬ ਹੈਗਾ, ਇਟ ਵਿਲ ਐਕਟ ਐਜ਼ ਅ ਵਾਚ ਗਰੁੱਪ, ਇਟ ਵਿਲ ਕੀਪ ਅ ਵਾਚ ਕਿ ਵੀ ਇੰਨੇ ਦਿਨਾਂ ਵਿੱਚ ਸਾਨੂੰ ਕੀ ਰਿਜ਼ਲਟ ਉਹਨਾਂ ਦਾ ਆਉਣਾ ਚਾਹੀਦਾ। ਨਹੀਂ ਹੋਇਆ ਦੈਨ ਅਗੇਨ ਵੀ ਗੋ ਬੈਕ ਟੂ ਦੈਮ, ਫਿਰ ਇਹ ਹੈ ਕਿ ਉਹਨਾਂ ਨੂੰ ਵਿਡਰਾਅ ਕਰਨ ਵਾਸਤੇ ਮਜਬੂਰ ਕਰਨਾ ਕਿ ਤੁਸੀਂ ਅਗਰ ਨਹੀਂ ਡਿਲੀਵਰ ਕੀਤਾ ਤਾਂ ਵਾਪਸ ਹਟੋ। ਇਹ ਗੱਲਾਂ ਸਾਰੀ ਕਰਨ ਦੀ ਉਹਦੇ ਵਿੱਚ ਤੁਸੀਂ ਦੇਖਿਆ ਹੀ ਹੈ ਸਾਰਾ ਸਪੈਲਡ ਆਊਟ ਹੈਗਾ ਔਰ ਮੈਨੂੰ ਲੱਗਦਾ ਕਿ ਸਾਨੂੰ ਦੇਖਣਾ ਪਏਗਾ ਕਿ ਹੋਰ ਕੋਈ ਤਰੀਕਾ ਜਿਹੜਾ ਹੈਗਾ ਅਸੀਂ ਵੀ ਸਿੱਖਿਆ ਹੈਗਾ ਕਿ ਪਹਿਲੇ ਜਿੰਨੇ ਵੀ ਪ੍ਰੈਸ਼ਰ ਗਰੁੱਪ ਬਣਦੇ ਸੀਗੇ ਉਹ ਕਿਤੇ ਨਾ ਕਿਤੇ ਇੱਥੇ ਜਾ ਕੇ ਫਾਲਟਰ ਕਰ ਜਾਂਦੇ ਸੀ ਕਿਉਂਕਿ ਪੋਲੀਟੀਕਲ ਪਾਰਟੀ ਸਾਰੀ ਸਾਈਨ ਕਰਨਗੇ, ਸਾਰੀ ਐਗਰੀ ਕਰਨਗੀਆਂ ਇਲੈਕਸ਼ਨ ਤੋਂ ਪਹਿਲੇ, ਇਲੈਕਸ਼ਨ ਤੋਂ ਬਾਅਦ ਤਾਂ ਕੁਝ ਹੋਰ ਹੀ ਹੁੰਦਾ ਹੈਗਾ। ਬਟ ਲੈਟ ਅਸ ਸੇ ਕਿ ਇੱਕ ਕ੍ਰਾਸ ਐਂਡ ਚੈੱਕ ਦਾ ਜਿਹੜਾ ਇੱਕ ਰਸਤਾ ਬਣਾਇਆ ਗਿਆ ਹੈਗਾ ਉਹ ਆਪਰੇਟ ਕਰੇ। ਪਹਿਲੀ ਵਾਰ ਅਸੀਂ ਵੀ ਟਰਾਈ ਕਰ ਰਹੇ ਹਾਂ ਤਾਂ ਕਿਉਂ ਨਹੀਂ ਅਸੀਂ ਮੰਨ ਕੇ ਚੱਲਦੇ ਕਿ ਬਈ ਇਹ ਇੱਕ ਇਫੈਕਟਿਵ ਹੋਏਗਾ। ਨਹੀਂ ਹੋਏਗਾ ਤਾਂ ਜੇ ਕੀ ਇੰਪਰੂਵਮੈਂਟ ਹੋਣਗੀਆਂ ਉਹ ਸਾਨੂੰ ਟਾਈਮ ਦੇ ਨਾਲ ਪਤਾ ਚੱਲਣਗੀਆਂ। ਇਹ ਲੜਾਈ ਸਿਰਫ ਪੰਜਾਬ ਸਰਕਾਰ ਤੱਕ ਰਹੇਗੀ ਜਾਂ ਫਿਰ ਕੇਂਦਰ ਤੱਕ ਵੀ ਜਾਏਗੀ? ਕਿਉਂਕਿ ਟੋਲ ਪਲਾਜ਼ਿਆਂ ਦੀ ਵੀ ਹੁਣ ਜੇ ਗੱਲ ਹੋ ਰਹੀ ਹੈ ਤਾਂ ਉਹ ਬੰਦ ਪਏ ਸੀਗੇ, ਹੁਣ ਰੇਟ ਜਿਹੜੇ ਨੇ ਵਧਾ ਕੇ ਟੋਲ ਪਲਾਜ਼ੇ ਜਿਹੜੇ ਸ਼ੁਰੂ ਕੀਤੇ ਜਾ ਰਹੇ ਨੇ, ਤੇ ਲੜਾਈ ਇਹ ਦੋਨੋਂ। ਦੇਖੋ ਜੇ ਇਹ ਪੰਜਾਬ ਦੇ ਉੱਪਰ ਫੋਕਸ ਹੈਗਾ, ਆਈ ਥਿੰਕ ਉਹਦੇ ਨਾਲ ਜੋ ਵੀ ਰਿਲੇਸ਼ਨ ਹੈਗਾ ਚਾਹੇ ਇੰਟਰਨੈਸ਼ਨਲ ਟ੍ਰੇਡ ਦਾ ਹੋਏਗਾ ਜਾਂ ਨੈਸ਼ਨਲ ਇਸ਼ੂਜ਼ ਦਾ ਹੋਏਗਾ ਜਾਂ ਇੰਟਰਨੈਸ਼ਨਲ ਜਿਹੜਾ ਮੈਂ ਗੱਲ ਪਹਿਲੇ ਕੀਤੀ ਟ੍ਰੇਡ ਦੇ ਇਸ਼ੂਜ਼ ਹੋਣਗੇ, ਉਹ ਸਾਰੇ ਰਿਲੇਟਡ ਜਿਹੜੇ ਪੰਜਾਬ ਨਾਲ ਹੋਣਗੇ ਉਹਦੇ ਉੱਪਰ ਚਰਚਾ ਰਹੇਗੀ ਔਰ ਉਹਦੇ ਉੱਪਰ ਫੋਕਸ ਰਹੇਗਾ। ਉਹਦਾ ਅਗਰ ਇੰਪਲੀਕੇਸ਼ਨ ਬਾਹਰ ਕਿਸੇ ਸਟੇਟ ਤੇ ਪੈਂਦਾ ਜਾਂ ਸੈਂਟਰ ਤੇ ਪੈਂਦਾ ਤਾਂ ਦੈਟ ਇਜ਼ ਓਕੇ, ਵੈਲਕਮ ਹੈ, ਲੇਕਿਨ ਬੇਸਿਕਲੀ ਫੋਕਸ ਪੰਜਾਬ ਤੇ ਰਹੇਗਾ ਕਿ ਬਈ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਮੱਧ ਪ੍ਰਦੇਸ਼ ਦੀ ਗੱਲ ਕਰ ਰਹੇ ਹੋ ਜਾਂ ਤੁਸੀਂ ਕਰਨਾਟਕਾ ਦੀ ਗੱਲ ਕਰ ਰਹੇ ਹੋ। ਇਹ ਗਰੁੱਪ ਜਿਹੜਾ ਹੈਗਾ ਬੜਾ ਇੱਕ ਕਲੀਅਰਿਟੀ ਨਾਲ ਖੜਾ ਹੋਇਆ ਹੈਗਾ ਕਿ ਬਈ ਅਸੀਂ ਪੋਲਿਟਿਕਸ ਨੂੰ ਚੇਂਜ ਕਰਨਾ, ਇਸ਼ੂਜ਼ ਤੇ ਲੈ ਕੇ ਆਉਣਾ। ਤਾਂ ਉਹ ਪੰਜਾਬ ਕਿਉਂਕਿ ਇਲੈਕਸ਼ਨ ਆ ਰਹੀ ਹੈਗੀ ਹੈ, ਇਹ ਅਪਰੋਪਰੀਏਟ ਟਾਈਮ ਹੈਗਾ। ਜੇ ਤੁਹਾਡੇ ਨਾਲ ਪਹਿਲੇ 6 ਮਹੀਨੇ ਪਹਿਲੇ ਗੱਲ ਕੀਤੀ ਹੁੰਦੀ ਸ਼ਾਇਦ ਤੁਹਾਨੂੰ ਵੀ ਇੰਟਰਸਟ ਨਹੀਂ ਹੋਣਾ ਸੀਗਾ ਕਿ ਇਹ ਪ੍ਰੈਸ਼ਰ ਗਰੁੱਪ ਦਾ, ਲੇਕਿਨ ਆਈ ਥਿੰਕ ਟਾਈਮਿੰਗ ਇਜ਼ ਵੈਰੀ ਇੰਪੋਰਟੈਂਟ। ਸੋ ਆਈ ਥਿੰਕ ਇਟ ਇਜ਼ ਵੈਰੀ ਕਲੀਅਰ ਔਰ ਲੈਟ ਅਸ ਹੋਪ ਜਿਸ ਤਰ੍ਹਾਂ ਅੱਜ ਰਿਸਪੌਂਸ ਮਿਲਿਆ ਹੈਗਾ ਤਾਂ ਇਟ ਸ਼ੋਜ਼ ਕਿ ਬਈ ਵੀ ਆਰ ਔਨ ਦੀ ਰਾਈਟ ਟਰੈਕ। ਇੱਕ ਪ੍ਰੈਸ਼ਰ ਤੁਸੀਂ ਤਿਆਰ ਕਰਨ ਦੀ ਸੋਚੀ ਹੈ, ਪਰ ਸਰਕਾਰਾਂ ਕੋਲ ਪ੍ਰੈਸ਼ਰ ਕ੍ਰੀਏਟ ਕਰਨ ਦੇ ਹੋਰ ਬਹੁਤ ਤਰੀਕੇ ਹੁੰਦੇ ਨੇ, ਚਾਹੇ ਉਹ ਐਨਆਈ ਦੇ ਨੋਟਿਸਿਸ ਹੋਣ, ਚਾਹੇ ਉਹ ਪਰਚੇ ਦਰਜ ਕਰਨੇ ਹੋਣ, ਚਾਹੇ ਉਹ ਲਾਠੀਆਂ ਡਾਂਗਾ ਮਾਰਨੀਆਂ ਹੋਣ, ਪਾਣੀ ਦੀਆਂ ਬੁਛਾਰਾਂ। ਇਸ ਐਜੀਟੇਸ਼ਨ ਨੇ ਬਹੁਤ ਕੁਝ ਦਿਖਾਇਆ। ਇਦਾਂ ਤਾਂ ਨਹੀਂ ਹੋਏਗਾ ਵੀ ਇਸ ਪ੍ਰੈਸ਼ਰ ਗਰੁੱਪ ਦੇ ਉੱਤੇ ਉਹ ਸਰਕਾਰ ਦਾ ਪ੍ਰੈਸ਼ਰ ਗਰੁੱਪ ਹਾਵੀ ਹੋ ਜਾਵੇ? ਦੇਖੋ ਜੀ, ਜਦ ਅੰਨਾ ਅੰਦੋਲਨ ਸੀਗਾ ਔਰ ਜਦ ਬਾਬਾ ਰਾਮਦੇਵ ਦਾ ਅੰਦੋਲਨ ਸੀਗਾ ਤਾਂ ਮੈਂ ਉਹਦੇ ਨਾਲ ਦੋਨੋਂ ਅੰਦੋਲਨ ਵਿੱਚ ਮੈਂ ਸ਼ਿਰਕਤ ਕੀਤੀ ਹੈ ਔਰ ਉਸ ਟਾਈਮ ਵੀ ਸਾਡੇ ਤੇ ਪ੍ਰੈਸ਼ਰ ਸੀਗਾ, ਲੇਕਿਨ ਆਬਜੈਕਟਿਵ ਇਹ ਸੀਗਾ ਕਿ ਬਈ ਲੈਟ ਅਸ ਕ੍ਰੀਏਟ ਮੋਰ ਅਵੇਅਰਨੈਸ, ਵਾਈਡਰ ਅਵੇਅਰਨੈਸ। ਔਰ ਸਭ ਜਾਣਦੇ ਹਾਂ ਹੋਰ ਕੁਝ ਨਾ ਹੋਇਆ ਹੋਇਆ ਲੇਕਿਨ ਸਰਕਾਰ ਬਦਲ ਗਈ ਸੀ, ਉਹਦੇ ਵਿੱਚ ਬਹੁਤ ਬੜਾ ਰੋਲ ਉਸ ਦੋਨੋਂ ਮੂਵਮੈਂਟਸ ਦਾ ਸੀਗਾ। ਮੈਂ ਮੰਨਦਾ ਕਿ ਇੱਥੇ ਵੀ ਸਾਡੇ ਪ੍ਰੈਸ਼ਰ ਆਏਗਾ, ਕੋਈ ਗੱਲ ਨਹੀਂ ਹੈ, ਬਟ ਆਈ ਥਿੰਕ ਵੀ ਆਰ ਆਲ ਕੰਪੀਟੈਂਟ ਔਰ ਅਸੀਂ ਉਹ ਸਹਿਣ ਵਾਸਤੇ ਤਿਆਰ ਹੈਗੇ ਹਾਂ। ਪਰ ਸਭ ਤੋਂ ਬੜਾ ਫੋਕਸ ਹੋਏਗਾ ਸਾਡਾ, ਸਭ ਤੋਂ ਬੜਾ ਪ੍ਰੈਸ਼ਰ ਗਰੁੱਪ ਵੀ ਕਹਿ ਲਓ ਉਹਦਾ ਇਫੈਕਟਿਵ ਇਹ ਹੋਏਗਾ ਕਿ ਬਈ ਅਗਰ ਸਰਕਾਰ ਨੂੰ ਅਸੀਂ ਰਸਤੇ ਤੇ ਲੈ ਆਈਏ ਕਿ ਤੁਸੀਂ ਇਹਨਾਂ ਗੱਲਾਂ ਤੇ ਫੋਕਸ ਕਰਨਾ ਹੈਗਾ, ਇਹ ਤੋਂ ਜ਼ਿਆਦਾ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ। ਔਰ ਮੈਨੂੰ ਲੱਗਦਾ ਲੋਕਾਂ ਨੂੰ ਇਸ ਗੱਲ 'ਚ ਬਹੁਤ ਪਹਿਲ ਕਰਨੀ ਪਏਗੀ ਕਿ ਲੋਕੀ ਇਹ ਨਹੀਂ ਸੋਚ ਸਕਦੇ ਕਿ ਇਹੀ ਕਰਨਗੇ ਜਿਹੜੇ ਅੱਜ ਅਸੀਂ ਨਾਲ ਜਿਹੜੇ ਜੁੜੇ ਸੀਗੇ, ਅੱਜ ਮੰਚ ਤੇ ਬੈਠੇ ਸੀਗੇ। ਇਹ ਸਿਰਫ ਸਾਡਾ ਦਾਇਤਵ ਨਹੀਂ ਹੈ, ਤੁਹਾਡਾ ਵੀ ਹੈ, ਸਭ ਦਾ ਦਾਇਤਵ ਹੈਗਾ। ਸੋ ਆਈ ਥਿੰਕ ਲੈਟ ਅਸ ਆਲ ਜੁਆਇਨ ਹੈਂਡਸ ਔਰ ਇੱਕ ਦੂਜੇ ਨੂੰ ਅਗਰ ਹੱਥ ਫੜ ਕੇ ਚੱਲਾਂਗੇ ਤਾਂ ਹੀ ਬਦਲਾਅ ਆਏਗਾ, ਨਹੀਂ ਤਾਂ ਨਹੀਂ ਆਏਗਾ। ਬਿਲਕੁਲ, ਵੱਡੇ ਮੁੱਦੇ ਤਾਂ ਹੈਗੇ ਨੇ, ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ, ਚਾਹੇ ਬੇਰੁਜ਼ਗਾਰੀ ਦਾ ਮੁੱਦਾ ਹੋਵੇ, ਨਸ਼ਿਆਂ ਦਾ ਮੁੱਦਾ ਹੋਵੇ, ਉਹਦੇ ਤੇ ਤੁਸੀਂ ਕੰਮ ਕਰੋਗੇ। ਪਰ ਇਸ ਦੇ ਨਾਲ ਹੀ ਕਿ ਛੋਟੇ-ਛੋਟੇ ਮੁੱਦੇ ਜਿਹੜੇ ਨੇ ਉਹਨਾਂ ਤੇ ਵੀ ਕੰਮ ਕਰੋਗੇ, ਕਿਉਂਕਿ ਤੁਸੀਂ ਗੱਲ ਕਰ ਰਹੇ ਹੋ ਕਿ ਰੇਤਾ ਜਿਹੜਾ ਉਹ ਮੁਫਤ ਦਿੱਤਾ ਜਾਵੇ। ਅਮਿਤੋਜ ਮਾਨ ਹੋਰੀ ਬੋਲ ਕੇ ਹਟੇ ਨੇ, ਪਰ ਸਰਕਾਰ ਅਕਸਰ ਇਹੀ ਕਹਿੰਦੀ ਹੋਈ ਨਜ਼ਰ ਆਉਂਦੀ ਹੈ, ਮਨਪ੍ਰੀਤ ਬਾਦਲ ਵੀ, ਖਜ਼ਾਨਾ ਤਾਂ ਜੇ ਖਾਲੀ ਹੈ। ਤਾਂ ਉਹ ਖਜ਼ਾਨਾ ਜਦੋਂ ਖਾਲੀ ਹੈ ਤਾਂ ਫਿਰ ਉਹ ਕਹਿਣਗੇ ਵੀ ਇਹ ਕਹਿ ਰਹੇ ਨੇ ਜੀ ਇਹ ਹੋ ਨਹੀਂ ਸਕਦਾ, ਜਿਵੇਂ ਚੰਨੀ ਸਾਹਿਬ ਕਹਿੰਦੇ ਸੀ 100 ਰੁਪਏ 'ਚ ਕੇਬਲ ਦੇ ਦਾਂਗੇ ਔਰ ਕੇਬਲ ਵਾਲਿਆਂ ਨੇ ਮੁੜ ਕੇ ਬਗਾਵਤ ਕਰ। ਇਹੀ ਤਾਂ ਗੱਲਾਂ ਠੀਕ ਰਸਤੇ ਤੇ ਲੈ ਕੇ ਆਣੀ ਹੈਗੀਆਂ। ਜੋ ਪਹਿਲੇ ਉਹ ਕਲੇਮ ਕਰਦੇ ਸੀਗੇ ਜਾਂ ਬੋਲਦੇ ਸੀਗੇ ਜਾਂ ਦੱਸਦੇ ਸਾਨੂੰ ਕਿ ਇਹ ਕਾਰਨ ਹੈ, ਅਸੀਂ ਉਹਨੂੰ ਰੈਕਟੀਫਾਈ ਕਰਕੇ ਕਰੈਕਟ ਲੋਕਾਂ ਨੂੰ ਇੱਕ ਇੰਪ੍ਰੈਸ਼ਨ ਦੇ ਕੇ ਕਿ ਵੀ ਇਹ ਗਲਤ ਕਹਿ ਰਹੇ ਹੈਗੇ, ਇਹ ਕਰਨਾ ਚਾਹੀਦਾ। ਇਹੀ ਹੁਣ ਜਿਹੜਾ ਅਗਲੇ 2 ਮਹੀਨੇ ਵਿੱਚ ਇਹੀ ਪ੍ਰੋਸੈਸ ਚੱਲੇਗਾ। ਜੋ ਪੋਲੀਟੀਕਲ ਪਾਰਟੀ ਹੈਗੀ ਜਿਹਨੇ ਰੇਤੇ ਨਾਲ ਸਾਡਾ ਰੈਵਨਿਊ ਖਤਮ ਹੁੰਦਾ, ਸਾਨੂੰ ਪਤਾ ਕਿੱਥੇ ਕਿੱਥੇ ਰੈਵਨਿਊ ਜਾ ਰਿਹਾ, ਸਾਨੂੰ ਵੀ ਪਤਾ ਹੈ, ਤਾਂ ਉਹ ਉੱਥੇ ਵੀ ਤਾਂ ਕੰਮ ਕਰਨ ਦੀ ਜ਼ਰੂਰਤ ਹੈਗੀ। ਔਰ 300 ਕਰੋੜ ਰੁਪਏ ਕੀ ਹੁੰਦਾ ਸਰਕਾਰ ਵਾਸਤੇ? 300 ਕਰੋੜ ਅਗਰ ਇੰਨੀ ਜਨਤਾ ਨੂੰ ਫਾਇਦਾ ਹੋ ਰਿਹਾ ਉਹਦਾ, ਤਾਂ ਫਿਰ ਕਿਉਂ ਨਹੀਂ ਅਸੀਂ ਕਰ ਸਕਦੇ? ਮਤਲਬ ਕਹਿੰਦਾ ਕਿ ਉਹ ਸਾਰਾ ਜਿਹੜੇ ਚੀਜ਼ਾਂ ਦੇਖੀ ਜਾਣਗੀਆਂ, ਪਲੱਸ ਮਾਈਨਸ ਕਾਸਟ ਬੈਨੀਫਿਟ ਦੇਖ ਕੇ ਆਪਾਂ ਗੱਲ ਕਰਾਂਗੇ। ਵੀਲ ਕਮ ਬੈਕ ਵਿਦ ਦੀ ਫੈਕਟਸ ਟੂ ਦੀ ਗਵਰਨਮੈਂਟ ਔਰ ਜਾਂ ਪੋਲੀਟੀਕਲ ਪਾਰਟੀਜ਼। ਔਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਮਜਬੂਰੀ ਸੁਣਨਾ ਪਏਗਾ, ਉਹ ਤਾਂ ਸੁਣਨਾ ਪਏਗਾ ਜਦ ਤੁਸੀਂ ਵੀ ਨਾਲ ਸਾਡੇ ਖੜੇ ਹੋ ਕੇ ਜ਼ੋਰ ਪਾਓਗੇ। ਇਹ ਜਿਵੇਂ ਇਨੋਵਾ ਗੱਡੀਆਂ ਹੁਣ ਗਿਫਟ ਦਿੱਤੀਆਂ ਗਈਆਂ ਸੀ ਵਿਧਾਇਕਾਂ ਨੂੰ, ਤਾਂ ਕਿ ਇਹ ਖਜ਼ਾਨੇ ਦੇ ਉੱਤੇ ਜਿਹੜਾ ਬੋਝ ਪੈ ਰਿਹਾ, ਲੋਕਾਂ ਵਾਰੀ ਖਜ਼ਾਨਾ ਖਾਲੀ ਹੈ ਤੇ ਆਪਣੀ ਵਾਰੀ ਖਜ਼ਾਨਾ। ਬਿਲਕੁਲ ਠੀਕ ਹੈ, ਤੁਸੀਂ ਦੇਖੋ ਨਾ 300 ਕਰੋੜ ਰੁਪਏ ਦੀ ਗੱਲ ਹੁੰਦੀ ਹੈ ਰੇਤੇ ਵਾਲੀ, ਤਾਂ ਕਹਿੰਦੇ ਸਾਡੇ ਖਜ਼ਾਨੇ ਤੇ ਸਾਨੂੰ ਰੈਵਨਿਊ ਆ ਰਿਹਾ ਹੈਗਾ। ਜਦ ਤੁਸੀਂ ਇਹ ਇਨੋਵਾ ਗੱਡੀਆਂ ਦਿੱਤੀਆਂ ਹੈਗੀਆਂ ਪੋਲੀਟੀਸ਼ੀਅਨ ਨੂੰ, MLAs ਨੂੰ, ਉਹ ਤਾਂ ਸਾਰੇ ਦੇਸ਼ ਵਿੱਚ ਤੁਸੀਂ ਪਹਿਲੇ ਯੋਜਨਾ ਦਿੱਤੀਆਂ ਹੈਗੀਆਂ, ਉਹਦਾ ਤਾਂ ਬਰਡਨ ਕਦੀ ਗਿਣਿਆ ਨਹੀਂ ਹੈਗਾ। ਬਿਲਕੁਲ ਠੀਕ ਕਰ ਰਹੇ ਹੋ ਤੁਸੀਂ। ਦੇਖੋ ਜਿਹੜੇ ਜੱਜਿਸ ਹੈਗੇ ਆ ਉਹਨਾਂ ਨੂੰ ਕਿੰਨੀ ਬਿਜਲੀ ਦੀ ਫ੍ਰੀ ਮਿਲਦੀ ਹੈ, ਕਦੀ ਆਪਾਂ ਪੁੱਛਿਆ ਕਦੀ ਅੱਜ ਤੱਕ?
ਕਦੀ ਕਿਸੇ ਨੇ ਪੁੱਛਿਆ ਹੀ ਨਹੀਂ ਹੈ, ਉਹ ਵੀ ਅਸੀਂ ਲੈ ਕੇ ਆਵਾਂਗੇ ਬਈ ਇੱਕ ਨੂੰ ਕਿਉਂ ਅਸੀਂ ਇੰਨਾ ਪੈਂਪਰ ਕਰ ਰਹੇ ਹੈਗੇ। ਮੈਂ ਮੰਨਦਾ ਕਿ ਬੜੇ ਦੇ ਆਰ ਇੰਪੋਰਟੈਂਟ ਸੈਗਮੈਂਟ, ਪਰ ਪੈਂਪਰ ਕਿਉਂ ਹੁੰਦੇ ਕਰਦੇ ਹਾਂ ਅਸੀਂ ਉਹਨਾਂ ਨੂੰ? ਜਦ ਆਮ ਆਦਮੀ ਨੂੰ ਦਿੱਕਤ ਹੈ, ਇੱਕ ਨੂੰ ਅਸੀਂ ਇੱਕ ਸੈਕਸ਼ਨ ਨੂੰ ਤੁਸੀਂ ਅਗਰ ਬੈਨੀਫਿਟ ਦਿੰਦੇ ਹੋ, ਉਹ ਬੈਲੈਂਸ ਤਾਂ ਕਿਤੇ ਸਟ੍ਰਾਈਕ ਹੋਣਾ ਚਾਹੀਦਾ ਨਾ। ਤਾਂ ਇਹ ਸਾਰੀ ਗੱਲਾਂ ਅਸੀਂ ਲੈ ਕੇ ਆਵਾਂਗੇ। ਸਾਰੀਆਂ ਚੀਜ਼ਾਂ ਇਹਦੇ ਵਿੱਚ ਨੇ, ਜਿਵੇਂ ਆਰਟੀਆਈ ਪਾਉਣ ਤੋਂ ਬਾਅਦ ਪਤਾ ਲੱਗਿਆ ਸੀ ਵਿਧਾਇਕ ਆਪਣਾ ਟੈਕਸ ਹੀ ਨਹੀਂ ਦੇ ਰਹੇ ਹੈਗੇ, ਸਿਰਫ 3 ਵਿਧਾਇਕ ਨੇ ਜਿਹੜੇ ਟੈਕਸ ਪੇ ਕਰ ਰਹੇ ਨੇ। ਕਿ ਆਰਟੀਆਈਜ਼ ਵੀ ਇਸ ਤਰੀਕੇ ਦੇ ਨਾਲ ਪਾਉਂਗੇ ਅੰਦਰ ਦੀਆਂ ਸਾਰੀਆਂ ਇਨਫੋਰਮੇਸ਼ਨਸ, ਜਾਂ ਆਲਰੇਡੀ ਤੁਸੀਂ ਉਹ ਕਲੈਕਟ ਕਰ ਚੁੱਕੇ ਹੋ? ਉਸ ਤੇ ਕੰਮ ਮੈਨੂੰ ਲੱਗਦਾ ਕਿ ਇਹ ਕੰਮ ਜਿਹੜੇ ਹੈਗੇ ਸਾਡੇ ਬਹੁਤ ਲੋਕੀ ਕਰ ਰਹੇ ਹੈਗੇ। ਅਸੀਂ ਤਾਂ ਹੀ ਕਹਿ ਰਹੇ ਹਾਂ ਕਿ ਲੈਟ ਅਸ ਆਲ ਜੁਆਇਨ ਹੈਂਡਸ। ਜੇ ਤੁਸੀਂ ਸਾਤੋਂ ਐਕਸਪੈਕਟ ਕਰੋਗੇ ਅਸੀਂ ਆਰਟੀਆਈ ਵੀ ਫਾਈਲ ਕਰੀਏ, ਅਸੀਂ ਉਹਦਾ ਕੀ ਕਹਿੰਦੇ ਐਨਾਲਿਸਿਸ ਵੀ ਕਰਕੇ ਆਈਏ ਕੀ ਗਲਤ ਹੈ ਕੀ ਠੀਕ ਹੈ, ਤਾਂ ਮਤਲਬ ਇਟ ਇਜ਼ ਟੂ ਮਚ ਹੈ ਨਾ। ਲੈਟ ਅਸ ਐਕਸਪੈਕਟ ਕਿ ਲੋਕੀ ਜਿਹੜਾ ਆਰਟੀਆਈ ਵਿੱਚ ਆਲਰੇਡੀ ਐਕਟਿਵ ਹੈਗੇ, ਜਿਹੜੇ ਐਕਟਿਵਿਸਟ ਹੈਗੇ, ਦੇ ਵਿਲ ਆਲਸੋ ਜੁਆਇਨ ਹੈਂਡਸ ਵਿਦ ਅਸ। ਹੁਣ ਦੇਖੋ ਨਾ, ਕੱਲ ਪਰਸੋਂ ਇੱਕ ਇੰਡੀਅਨ ਐਕਸਪ੍ਰੈਸ ਵਿੱਚ ਰਿਪੋਰਟ ਆਈ ਹੈਗੀ ਹੈ, ਬੜੀ ਇੰਪੋਰਟੈਂਟ ਹੈ। ਉਹ ਕਹਿੰਦਾ ਕਿ ਪਿਛਲੇ 10 ਸਾਲਾਂ ਵਿੱਚ 11.84 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਹੋ ਗਿਆ। ਹੁਣ ਉਹ ਆਰਟੀਆਈ ਬੇਸਡ ਹੈ, ਸੋ ਵੀ ਵਿਲ ਯੂਜ਼ ਦੈਟ ਇਨਫੋਰਮੇਸ਼ਨ, ਹੈ ਨਾ। ਕਿ ਦੇਖੋ ਨਾ, ਕਿਸਾਨਾਂ ਨੂੰ ਦੇਣ ਵਾਸਤੇ ਪੈਸੇ ਨਹੀਂ ਹੁੰਦੇ, ਤੁਸੀਂ ਕਾਰਪੋਰੇਟ ਨੂੰ 11.84 ਲੱਖ ਯਾਨੀ 11,80,000 ਕਰੋੜ ਰੁਪਏ ਤੁਸੀਂ ਨਾਲ ਮਾਫ ਕਰਤਾ ਹੈ। ਔਰ ਕਿਸੇ ਨੇ ਨਹੀਂ ਬੋਲਿਆ ਕਿ ਪੈਸਾ ਕਿੱਥੋਂ ਆਏਗਾ, ਇਹਦੇ ਨਾਲ ਇਕਨੋਮੀ ਥੱਲੇ ਬੈਠ ਜਾਏਗੀ, ਕਿਸੇ ਨੇ ਬੋਲਿਆ। ਲੇਕਿਨ ਕਿਸਾਨਾਂ ਨੂੰ ਦੇਣਾ ਪੈ ਜਾਂਦਾ ਅਗਰ 1 ਲੱਖ ਕਰੋੜ ਵੀ, ਤਾਂ ਹੰਗਾਮਾ ਹੋ ਜਾਂਦਾ ਇਸ ਦੇਸ਼ ਵਿੱਚ, ਪੈਸਾ ਕਿੱਥੋਂ ਆਏਗਾ ਜੀ, ਵਿੱਤੀ ਘਾਟਾ ਵੱਧ ਜਾਏਗਾ, ਇਕਨੋਮੀ ਸਾਰੀ ਥੱਲੇ ਚਲੀ ਜਾਏਗੀ, ਇਹ ਸਾਰੀ ਗੱਲਾਂ ਹੁੰਦੀਆਂ। ਤੇ ਇਹ ਆਈ ਥਿੰਕ ਕਲੈਰਿਟੀ ਲੋਕਾਂ ਕੋਲ ਲੈ ਕੇ ਆਣੀ ਹੈ, ਉਹ ਤਾਂ ਹੀ ਡਿਬੇਟ बढ़ती ਹੈ। ਔਰ ਇਸ ਘਬਰਾਉਣਾ ਨਹੀਂ ਇਸ ਗੱਲ ਦੇ। ਮੈਂ ਜਦ ਪਹਿਲੀ ਵਾਰੀ ਕਿਹਾ ਸੀ ਨਾ ਕਿ ਕਾਰਪੋਰੇਟ ਦਾ ਕਿਸਾਨ ਦਾ ਲੋਨ ਜਦ ਮਾਫੀ ਹੋਈ ਸੀਗੀ, ਤਾਂ ਮੈਂ ਕਿਹਾ ਸੀਗਾ ਕਾਰਪੋਰੇਟ ਲੋਨ ਨੂੰ ਕਿਉਂ ਨਹੀਂ ਅਸੀਂ ਕਹਿੰਦੇ। ਔਰ ਉਹ ਮੈਨੂੰ ਵੀ ਉੱਥੇ ਕਿਹਾ ਸੀਗਾ ਕਿ ਟੈਲੀਵਿਜ਼ਨ ਤੇ ਵੀ ਮੀਡੀਆ ਵਿੱਚ ਕਿ ਤੁਸੀਂ ਐਂਟੀ ਡਿਵੈਲਪਮੈਂਟ ਹੋ, ਤੁਹਾਨੂੰ ਇਕਨੋਮਿਕਸ ਨਹੀਂ ਸਮਝ ਆਉਂਦੀ ਹੈ। ਪਰ ਤੁਸੀਂ ਦੇਖੋ ਨਾ, ਅੱਜ ਸਾਰਾ ਦੇਸ਼ ਉਸ ਚੀਜ਼ ਦੀ ਗੱਲ ਕਰਦਾ। ਜਦ ਵੀ ਕਿਸਾਨ ਦੇ ਕਰਜ਼ੇ ਦੀ ਮਾਫੀ ਗੱਲ ਆਉਂਦੀ ਹੈ ਤਾਂ ਕਾਰਪੋਰੇਟ ਦੇ ਕਰਜ਼ੇ ਦੀ ਮਾਫੀ ਨਾਲ ਚੱਲਦੀ ਹੈ। ਇਹ ਇੱਕ ਨੈਰੇਟਿਵ ਬਿਲਟ ਅਪ ਕਰਤਾ। ਉਹ ਸਚੇਤ ਲੋਕੀ ਹੋ ਗਏ, ਇੱਕ ਵਾਰ ਸਮਝ ਆ ਗਿਆ ਤਾਂ ਪੁੱਛਣ ਖੜੇ ਹੋ ਜਾਂਦੇ। ਤਾਂ ਮੈਂ ਐਕਸਪੈਕਟ ਕਰਦਾ ਕਿ ਇੱਥੇ ਵੀ ਲੋਕੀ ਉਹੀ ਕਰਨਗੇ, ਇੱਕ ਵਾਰ ਸਚੇਤ ਅੱਜ ਹੋ ਜਾਣਗੇ, ਦੈਨ ਦੇ ਵਿਲ ਸਟੈਂਡ ਅਪ ਐਂਡ ਆਸਕ ਏ ਕੁਐਸਚਨ। ਪਰ ਪਹਿਲਾ ਸਟੈਪ ਜਿਹੜਾ ਹੈਗਾ ਟੂ ਬੀ ਜਿਹਨੂੰ ਕਹਿੰਦਾ ਅਲਰਟ, ਉਹ ਤਾਂ ਹੀ ਹੋ ਸਕਦਾ ਜਦ ਸਾਨੂੰ ਇਨਫੋਰਮੇਸ਼ਨ ਪ੍ਰੋਪਰ ਹੋਏਗੀ। ਇਨਫੋਰਮੇਸ਼ਨ ਇਜ਼ ਪਾਵਰ। ਇਨਫੋਰਮੇਸ਼ਨ ਤੋਂ ਮੈਨੂੰ ਯਾਦ ਆਇਆ ਕਿ ਇੱਕ ਖਬਰ ਚੱਲ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਅਡਾਨੀ ਗਰੁੱਪ ਦੇ ਨਾਲ ਜਾਂ ਅੰਬਾਨੀ ਗਰੁੱਪ ਦੇ ਨਾਲ ਇੱਕ ਕੰਟਰੈਕਟ ਸਾਈਨ ਹੋਇਆ SBI ਬੈਂਕ ਦਾ, ਕਿ ਜਿਹੜਾ ਕਿਸਾਨਾਂ ਨੂੰ ਕਰਜ਼ਾ ਦਿੱਤਾ ਜਾਏਗਾ ਉਹਨਾਂ ਦੇ ਥਰੂ ਦਿੱਤਾ ਜਾਏਗਾ। ਉਹ ਕੀ ਡਿਟੇਲਿੰਗ ਹੈ ਉਹਦੇ ਬਾਰੇ ਤੁਸੀਂ? ਉਹ ਜਿਹੜਾ ਇੱਕ ਕ੍ਰੈਡਿਟ ਦਾ ਇੱਕ ਸਮਝੌਤਾ ਹੋਇਆ, ਵੈਰੀ ਇੰਟਰਸਟਿੰਗ, ਔਰ ਮੈਨੂੰ ਲੱਗਦਾ ਨਹੀਂ ਉਹਦਾ ਕੀ ਮਤਲਬ ਹੈਗਾ। ਦੇਖੋ ਨਾ, ਸਟੇਟ ਬੈਂਕ ਆਫ ਇੰਡੀਆ ਕਹਿੰਦਾ ਕਿ ਅਸੀਂ ਅਦਾਨੀ ਕੈਪੀਟਲ ਨੂੰ, ਜੋ ਵੀ ਕੰਪਨੀ ਦਾ ਨਾਂ ਹੈਗਾ, ਅਸੀਂ ਉਹਨੂੰ ਨਾਲ ਲੈ ਕੇ ਚੱਲਾਂਗੇ, ਔਰ ਉਹ ਕਿਸਾਨਾਂ ਦੀ ਜਿਹੜੀ ਹੈ ਨਾ ਕਰਜ਼ਾ ਜਿਹੜੀ ਦੇਣ ਵਾਸਤੇ ਉਹ ਜ਼ਿਆਦਾ ਉਹਨੂੰ ਸਪੋਰਟ ਮਿਲੇਗੀ। ਜਿਸ ਕੰਪਨੀ ਦਾ ਸ਼ੇਅਰ ਹੀ ਬੜਾ ਮਾਰਕੀਟ ਵਿੱਚ ਘੱਟ ਹੈਗਾ, ਤੁਸੀਂ ਸਟੇਟ ਬੈਂਕ ਆਫ ਇੰਡੀਆ ਜਿਹਦੀ ਇੰਨੀ ਬੜੀ ਰੀਚ ਹੈਗੀ ਹੈ, ਉਹਨਾਂ ਦੇ ਉੱਪਰ ਕੰਧੇ 'ਤੇ ਬੈਠ ਕੇ ਅਗਰ ਤੁਸੀਂ ਉਹਨਾਂ ਦਾ ਬਿਜ਼ਨਸ ਚਲਾਉਣ ਵਾਸਤੇ ਸਪੋਰਟ ਕਰ ਰਹੇ ਹੋ, ਆਈ ਥਿੰਕ ਇਹ ਕੁਐਸਚਨੇਬਲ ਹੈਗਾ, ਔਰ ਇਹਦੇ ਸਵਾਲ ਪੁੱਛੇ ਜਾ ਰਹੇ ਹੈਗੇ। ਇੱਕ ਹੋਰ ਵੀ ਗੱਲ ਦੇਖੋ, ਜਦ ਉਹਨਾਂ ਦੇ ਵਿੱਚ ਜਿਹੜਾ ਲਿਖਿਆ ਗਿਆ ਉਸ ਰਿਪੋਰਟ 'ਚ ਇਹ ਹੈਗਾ ਕਿ 80% ਜਿਹੜਾ ਉਹਦਾ ਕਰਜ਼ਾ ਅਗਰ NPA ਹੋ ਜਾਂਦਾ, ਬੈਡ ਲੋਨ ਹੋ ਜਾਂਦਾ, ਉਹ ਬੈਂਕ ਰਾਈਟ ਆਫ ਕਰੇਗਾ, ਕੰਪਨੀ ਨਹੀਂ ਕਰੇਗੀ। ਮਤਲਬ ਕੰਪਨੀ ਨੂੰ ਤੁਸੀਂ ਪੂਰੀ ਛੁੱਟ ਦਿੱਤੀ ਹੈ ਕਿ ਆਓ ਆਪਣਾ ਤੁਹਾਡਾ ਬਿਜ਼ਨਸ ਸਰਕਾਰ बढ़ाएगी। ਇਹਦੇ ਉੱਪਰ ਸਵਾਲ ਜਿਹੜੇ ਹੈਗੇ ਉੱਠਣਗੇ, ਔਰ ਦੇਖੋ ਅੱਗੇ ਕਿਸ ਤਰ੍ਹਾਂ ਇਹਦੇ ਉੱਪਰ ਕੀ ਡਿਵੈਲਪਮੈਂਟ ਹੁੰਦੀ ਹੈ। ਪਰ ਲੋਕਾਂ ਨੂੰ ਜਾਣਨਾ ਜ਼ਰੂਰੀ ਹੈ। ਤੁਸੀਂ ਸਵਾਲ ਵੀ ਬੜਾ ਅੱਛਾ ਪੁੱਛਿਆ, ਕਿਉਂਕਿ ਮੈਂ ਦੇਖਿਆ ਬਹੁਤ ਅਕਸਰ ਇਹ ਹੁੰਦਾ ਕਿ ਉਹ ਸਵਾਲ ਹੀ ਨਹੀਂ ਪਤਾ ਹੁੰਦਾ ਮੀਡੀਆ ਦੇ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ। ਤਾਂ ਆਈ ਐਮ ਸੋ ਹੈਪੀ ਕਿ ਤੁਸੀਂ ਇਹ ਸਵਾਲ ਪੁੱਛਿਆ ਹੈਗਾ, ਵਿਚ ਇਜ਼ ਸੋ ਲੇਟੈਸਟ ਐਂਡ ਵੈਰੀ ਇੰਪੋਰਟੈਂਟ। ਜੇ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਜਥੇਬੰਦੀਆਂ ਦੀ ਵੀ ਤੁਸੀਂ ਗੱਲ ਕੀਤੀ, ਜਥੇਬੰਦੀਆਂ ਵੀ ਹੋਰ ਤੁਹਾਡੀ ਮੁਹਿੰਮ ਦੇ ਨਾਲ ਜੁੜ ਸਕਦੀਆਂ ਨੇ, ਇਸ ਪ੍ਰੈਸ਼ਰ ਗਰੁੱਪ ਦੇ ਨਾਲ ਜੁੜ ਸਕਦੀਆਂ ਨੇ। ਤਾਂ ਇੱਕ ਪਾਸੇ ਇਹ ਵੀ ਗੱਲ ਹੋ ਰਹੀ ਹੈ ਵੀ ਪ੍ਰੈਸ਼ਰ ਗਰੁੱਪ ਛੱਡ ਕੇ ਜਿਹੜਾ ਕੋਈ ਜਾਣਾ ਚਾਹੇ ਰਾਜਨੀਤੀ ਦੇ ਵਿੱਚ ਜਾ ਸਕਦਾ ਹੈ। ਇਹ ਬੈਲੈਂਸਿੰਗ ਕੀ ਇਹ ਵੀ ਕੋਸ਼ਿਸ਼ ਕਰੋਗੇ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਰਾਜਨੀਤੀ ਤੋਂ ਭਰੋਸਾ ਹੀ ਉੱਠ ਗਿਆ ਕਿ ਜਿਹੜਾ ਕੋਈ ਜਾਏਗਾ ਮਤਲਬ ਉਹ ਗੰਦਾ ਹੀ ਬੰਦਾ, ਉਹ ਚੰਗਾ ਹੈ ਨਹੀਂ, ਤੇ ਰਾਜਨੀਤੀ ਤੇ ਵੀ ਲੋਕੀ ਭਰੋਸਾ ਕਾਇਮ ਰੱਖਣ ਆਪਣਾ ਕਿ ਲੀਡਰ ਚੰਗਾ ਕੰਮ ਵੀ ਕਰ ਸਕਦਾ। ਇਹ ਬਿਲਕੁਲ ਠੀਕ ਹੈ ਤੁਸੀਂ, ਕਿਉਂਕਿ ਆਫਟਰ ਆਲ ਅਸੀਂ ਸਭ ਚਾਹੁੰਦੇ ਹਾਂ ਕਿ ਰਾਜਨੀਤੀ ਸੁਧਰੇ। ਤੁਸੀਂ ਪਹਿਲੇ ਸ਼ੁਰੂਆਤ 'ਚ ਕਿਹਾ ਸੀਗਾ ਕਿ ਗੰਦਗੀ ਨੂੰ ਸਾਫ਼ ਕਰਨਾ, ਉਹ ਗੰਦਗੀ ਨੂੰ ਸਾਫ਼ ਕੌਣ ਕਰੇਗਾ? ਗੰਦਾ ਬੰਦਾ ਤਾਂ ਆ ਕੇ ਨਹੀਂ ਕਰ ਸਕਦਾ ਨਾ। ਉਹ ਤਾਂ ਕੋਈ ਉਸ ਸੋਚ ਨਾਲ ਆਏ ਕਿ ਵੀ ਮੈਂ ਇਸ ਗੱਲ ਨੂੰ ਸਿਸਟਮ ਨੂੰ ਠੀਕ ਕਰਨਾ, ਉਹ ਆਣਗੇ। ਔਰ ਇਹੀ ਸਾਡਾ ਪ੍ਰੋਸੈਸ ਹੈ ਕਿ ਇਹ ਸੋਚ ਹੈ ਕਿ ਕੋਈ ਵੀ ਹੋਏ, ਸਾਡੇ ਆਪਣੇ ਗਰੁੱਪ ਵਿੱਚ ਹੋਏ ਜਾਂ ਬਾਹਰੋਂ ਹੋਏ, ਜਿਹੜਾ ਸਾਡੇ ਨਾਲ ਐਗਰੀ ਕਰਦਾ ਹੈਗਾ, ਅਸੀਂ ਉਹਦੇ ਐਂਟੀਸੀਡੈਂਟਸ ਚੈੱਕ ਨਹੀਂ ਕਰ ਸਕਦੇ, ਲੇਕਿਨ ਜਿਹੜਾ ਇਸ ਪਾਲਿਸੀ ਦਾ ਜਾਂ ਇਸ ਸੋਚ ਨਾਲ ਐਗਰੀ ਕਰਦਾ ਕਿ ਇਹ ਇਸ਼ੂਜ਼ ਜਿਹਦੇ ਵਾਸਤੇ ਅਸੀਂ ਲੜਾਂਗੇ ਜਾਂ ਕਰਾਂਗੇ ਜਾਂ ਡਿਲੀਵਰ ਕਰਾਂਗੇ, ਉਹਨਾਂ ਵਾਸਤੇ ਅਸੀਂ ਸਪੋਰਟ ਕਰਾਂਗੇ। ਇਹ ਨਹੀਂ ਕਿ ਵੀ ਇੱਕ ਪਾਰਟੀ ਨੂੰ ਕਰਾਂਗੇ। ਇਟ ਕੈਨ ਬੀ ਇੰਡੀਵਿਜੂਅਲ ਇਨ ਵਨ ਪਾਰਟੀ, ਇਟ ਕੈਨ ਬੀ ਇੰਡੀਵਿਜੂਅਲਸ ਇਨ ਆਲ ਪਾਰਟੀਜ਼, ਜੋ ਵੀ ਹੈਗਾ ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਹੈ। ਤੇ ਲੈਟ ਅਸ ਹੋਪ ਕਿ ਉਹ ਡਿਲੀਵਰ ਕਰੇਗਾ। ਹੋਰ ਕੀ ਚਾਹ ਰਿਹਾ ਮੈਨੂੰ ਦੱਸੋ? ਆਪਾਂ ਇਹੀ ਕਰ ਸਕਦੇ ਨਾ। ਅਸੀਂ ਪ੍ਰੈਸ਼ਰ ਗਰੁੱਪ ਦਾ ਕੀ ਕੰਮ ਹੁੰਦਾ? ਬਿਲਡ ਅਪ ਕਰਨਾ ਇੱਕ ਪ੍ਰੈਸ਼ਰ, ਤਾਂ ਕਿ ਰਾਜਨੀਤੀ ਰਸਤੇ ਤੇ ਆਏ, ਔਰ ਕਰ ਸਕਦੇ ਹਾਂ ਅਸੀਂ। ਮੇਰਾ ਮੰਨਣਾ ਹੈ ਕਿ ਜੇ ਕਿਸਾਨਾਂ ਨੇ ਇੱਕ ਰਾਜਨੀਤੀ ਕਰਕੇ ਚੇਂਜ ਕਰਤੀ ਹੈਗੀ ਇੱਕ ਤਰ੍ਹਾਂ ਦੀ, ਜੋ ਕਹਿੰਦੇ ਸੀ ਕੋਈ ਕਾਨੂੰਨ ਵਾਪਿਸ ਨਹੀਂ ਹੋ ਸਕਦੇ, ਉਹ ਵੀ ਵਾਪਿਸ ਹੋ ਗਏ। ਸੋ ਆਈ ਥਿੰਕ ਇਟ ਗਿਵਸ ਅਸ ਹੋਪ ਕਿ ਅਗਰ ਸਿਵਲ ਸੁਸਾਇਟੀ ਜੁੜ ਜਾਏ ਤਾਂ ਵੀ ਕੈਨ ਆਲਸੋ ਮੂਵ ਦੀ ਮਾਊਂਟੇਨਸ। ਇੱਕ ਆਖਰੀ ਤੇ ਅਹਿਮ ਸਵਾਲ ਹੈ ਮੇਰਾ, ਜਿਵੇਂ ਭਾਜਪਾ ਦਾ ਸੰਘ ਹੈ ਪਰ ਸੰਘ ਚੋਣ ਨਹੀਂ ਲੜਦਾ, ਉਹ ਪਿੱਛੇ ਰਹਿੰਦਾ ਹੈ ਔਰ ਚੋਣ ਉੱਧਰ ਲੜੀ ਜਾਂਦੀ, ਕਿ ਇਹ ਵੀ ਪੰਜਾਬ ਦੇ ਵਿੱਚ ਵੀ ਕਿ ਇੱਕ ਤਰੀਕੇ ਦਾ ਸੰਘ ਬਣ ਰਿਹਾ ਕਿ ਸੰਘ ਜਿਹੜਾ ਪਿੱਛੇ ਰਹਿ ਕੇ ਕੰਮ ਕਰੇਗਾ, ਉਹ ਪ੍ਰੈਸ਼ਰ ਕ੍ਰੀਏਟ ਕਰੇਗਾ ਔਰ ਅੱਗੇ ਚੋਣਾਂ ਜਿਹੜੀਆਂ ਨੇ
नहीं, ऐसा कोई आई थिंक कंपैरिजन ਜਿਹੜਾ ਹੈਗਾ ਮੇਰੇ ਮੰਨਣਾ ਹੈ ਕਿ ਉਹ ਠੀਕ ਨਹੀਂ ਰਹੇਗਾ। ਠੀਕ ਇਸ ਕਾਰਨ ਰਹੇਗਾ ਕਿਉਂਕਿ ਆਰਐਸਐਸ ਇੱਕ ਆਈਡੀਓਲੋਜੀਕਲ ਗਰੁੱਪ ਸੀਗਾ, ਸਾਡਾ ਕੋਈ ਆਈਡੀਓਲੋਜੀਕਲ ਗਰੁੱਪ ਨਹੀਂ ਹੈਗਾ। ਵੀ ਆਰ ਹੇਅਰ ਔਨ ਫੈਕਟਸ। ਇੱਕ ਫਰਕ ਹੈ, ਇੱਕ ਫੈਕਟਸ ਦਾ ਜਿਹਨੂੰ ਫੈਕਟੋਇਡ ਵੀ ਕਹਿੰਦੇ ਉਹ ਨਿਕਲ ਕੇ ਆਏਗਾ, ਔਰ ਇੱਕ ਆਈਡੀਓਲੋਜੀ ਦਾ। ਸੋ ਅਸੀਂ ਆਈਡੀਓਲੋਜੀ ਵਿੱਚ ਨਹੀਂ ਹੈਗੇ ਹਾਂ, ਅਸੀਂ ਸਿਸਟਮ ਨੂੰ ਸਾਫ਼ ਕਰਨਾ ਚਾਹੁੰਦੇ ਹਾਂ, ਨਾ ਕਿ ਇੱਕ ਆਈਡੀਓਲੋਜੀ ਇੰਪੋਜ਼ ਕਰਨਾ ਚਾਹੁੰਦੇ। ਸੋ ਆਈ ਥਿੰਕ ਲੈਟ ਅਸ ਨਾਟ ਕਨਫਿਊਜ਼ ਔਰ ਕੰਪੇਅਰ ਦੋਜ਼ ਟੂ। ਲੇਕਿਨ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਵਿੱਚ ਇਟ ਵਿਲ ਵੈਰੀ ਕਲੀਅਰ ਕਿ ਬਈ ਇਹ ਜਿਹੜੀ ਜ਼ਰੂਰਤ ਹੈਗੀ ਹੈ ਪੰਜਾਬ ਵਿੱਚ ਉਹ ਇਹ ਸੀਗੀ ਕਿ ਲੋਕੀ ਜਾਗਣ, ਲੋਕੀ ਉੱਠਣ ਔਰ ਇੱਕ ਤਰ੍ਹਾਂ ਸਾਰੇ ਖੜੇ ਹੋ ਜਾਣ ਕਿ ਬਈ ਸਾਨੂੰ ਇਹ ਪੋਲੀਟੀਕਲ ਸਿਸਟਮ ਚਾਹੀਦਾ, ਇਹ ਜੀ ਰਾਜਨੀਤੀ ਚਾਹੀਦੀ ਹੈ। ਜਦ ਲੋਕੀ ਜਾਣਗੇ ਤਾਂ ਕਿਉਂ ਨਹੀਂ ਬਦਲੇਗਾ ਸਮਾਜ? ਤੁਸੀਂ ਮੈਨੂੰ ਦੱਸੋ। ਬਦਲੇਗਾ। ਬਹੁਤ ਧੰਨਵਾਦ ਜੀ ਔਰ ਆਲ ਦ ਵੈਰੀ ਬੈਸਟ। ਥੈਂਕ ਯੂ ਮੈਮ, ਥੈਂਕ ਯੂ।